ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਤੇ ਇਸ 19ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਮਨ ਰੇ ਸ਼ਬਦ ਤਰੋ ਚਿਤ ਲਾਏ। ਇਸ ਅੰਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 19ਵੇਂ ਅੰਗ ਤੇ ਸੁਸ਼ੋਭਿਤ ਬਾਣੀ ਦੇ ਅਰਥਾਂ ਨੂੰ ਸਮਝਾਂਗੇ। ਪਿਛਲੇ ਅੰਕ ਵਿੱਚ ਸਤਿਪੁਰਖ ਦਾ ਜ਼ਿਕਰ ਕਰਦਿਆਂ ਅਸੀਂ ਈਸ਼ਵਰ ਪ੍ਰਾਪਤੀ ਦਾ ਕੁਝ ਵੇਰਵਾ ਸਮਝਿਆ ਸੀ। ਕਰਮ ਮਾਰਗ ਅਤੇ ਭਗਤੀ ਗਿਆਨ ਮਾਰਗ ਵਿਚਕਾਰ ਫਰਕ ਅਤੇ ਮਨਮੁਖ ਅਤੇ ਗੁਰਮੁਖ ਦੇ ਫਰਕ ਨੂੰ ਵੀ ਜਾਣਿਆ, ਜਿਸ ਵਿੱਚ ਦੂਜੇ ਭਾਏ ਵਾਲੇ ਰਸਾਂ ਕਸਾਂ ਵਿੱਚ ਫਸੇ ਹੋਏ ਦੁਨੀਆਦਾਰਾਂ ਨੂੰ ਸਮਝਾਉਣ ਲਈ ਮੌਤ ਦਾ ਡਰ ਦਿਖਾ ਕੇ ਮਨ ਦੇ ਡਰ ਨੂੰ ਕੱਢਿਆ ਗਿਆ ਹੈ ਕਿ ਹੋਸ਼ ਕਰੀਏ, ਇੱਥੇ ਤਾਂ ਸਾਡੀ ਪ੍ਰਿय ਵਸਤੂ ਸਰੀਰ ਤੱਕ ਨੇ ਨਾਲ ਨਹੀਂ ਨਿਭਣਾ, ਸਭ ਨੇ ਚਲੇ ਜਾਣਾ ਹੈ। ਹੁਣ ਸੁਣਦੇ ਹਾਂ ਇਸ ਅੰਕ ਦਾ ਪਹਿਲਾ ਸ਼ਬਦ। ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇ ਡਰਾਵਣੀ ਜਾਜਿਓ ਵਿੱਚੋਂ ਜਾਏ, ਪਾਏ ਬੁਲੰਦੀ ਵਿਝਵੀ ਤੂਓ ਨਾ ਨਿਕਸਿਓ ਕਾਏ। ਪੰਚੇ ਰੁਨੇ ਦੁਖ ਭਰੇ ਬਿਨ ਸੇ ਦੂਜੇ ਪਾਏ, ਮੂੜੇ ਰਾਮ ਜਪੋ ਗੁਣਸਾਰ। ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ। ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚਮੂਏ ਅੰਤਰ ਦ੍ਰਿਸ਼ਨਾ ਅਗ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੇ ਠੱਗ। ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ, ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ। ਕਰਮ ਮਿਲੇ ਸਚ ਪਾਈਐ ਗੁਰਮੁਖ ਸਦਾ ਨਿਰੋਧ, ਸੱਚੀ ਕਾਰੈ ਸਚ ਮਿਲੇ ਗੁਰਮਤਿ ਪੱਲੇ ਪਾਏ। ਸੋ ਨਰ ਜੰਮੇ ਨਾ ਮਰੈ ਨਾ ਆਵੇ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ। ਅਸੀਂ ਦੇਖਿਆ ਇਸ ਸ਼ਬਦ ਵਿੱਚ ਮੂੜੇ ਮਨ ਨੂੰ ਸਮਝਾਇਆ ਗਿਆ ਹੈ ਕਿ ਹੁਣ ਹੀ ਵੇਲਾ ਹੈ, ਇਸ ਨੂੰ ਵਿਅਰਥ ਨਾ ਗਵਾ, ਬਲਕਿ ਰਾਮ ਨਾਮ ਜਪ ਕੇ ਗੁਣਾਂ ਦੀ ਸੰਭਾਲ ਕਰ ਲੈ, ਤਦ ਹੀ ਸੱਚੀ ਦਰਗਾਹ ਵਿੱਚ ਸਤਕਾਰ ਮਿਲੇਗਾ। ਆਓ ਹੁਣ ਇਸ ਦੇ ਅਰਥ ਸਮਝਦੇ ਹਾਂ। ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇ ਡਰਾਵਣੀ ਜਾਜਿਓ ਵਿੱਚੋਂ ਜਾਏ, ਪਾਏ ਬੁਲੰਦੀ ਵਿਝਵੀ ਤੂਓ ਨਾ ਨਿਕਸਿਓ ਕਾਏ। ਪੰਚੇ ਰੁਨੇ ਦੁਖ ਭਰੇ ਬਿਨ ਸੇ ਦੂਜੇ ਪਾਏ। ਪਦਾਰਥ ਹੋਇਆ ਸੁਣੀ ਮਤਲਬ ਸਖਣੀ ਉਜੜੀ ਹੋਈ ਸੁੰਨੀ ਹੋਈ। ਦੇਹ ਯਾਨੀ ਕਾਇਆ ਸਰੀਰ, ਜਾ ਜਦੋਂ, ਜਿਉ ਜਿੰਦ, ਪਾਏ ਅਗ ਜੀਵਿਤ ਸੱਤਾ, ਵਿਝਵੀ ਬੁਝ ਗਈ, ਧੂ ਯਾਨੀ ਧੂਆਂ ਸਵਾਸਾਂ ਨੂੰ ਲਿਆ ਗਿਆ ਹੈ। ਪੰਚੇ ਪੰਜੇ ਗਿਆਨ ਇੰਦਰੀਏ, ਰੁੰਨੇ ਰੋਏ, ਦੂਜੇ ਭਾਏ ਮਾਇਆ ਦੇ ਮੋਹ ਵਿੱਚ ਦੂਜੇ ਮੋਹ ਵਿੱਚ ਪੈ ਕੇ। ਅਰਥ ਹੋਇਆ ਜਦੋਂ ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ। ਜਿਹੜੀ ਜੀਵਨ ਅਗਨੀ ਪਹਿਲਾਂ ਇਸ ਵਿੱਚ ਬਲਦੀ ਸੀ ਉਹ ਬੁਝ ਜਾਂਦੀ ਹੈ, ਜੀਵਨ ਸੱਤਾ ਮੁੱਕ ਜਾਂਦੀ ਹੈ, ਕੋਈ ਵੀ ਸਾਹ ਨਹੀਂ ਆਉਂਦਾ ਜਾਂਦਾ। ਅੱਖਾਂ ਕੰਨ ਆਦਿਕ ਜਿਹੜੇ ਪੰਜ ਗਿਆਨ ਇੰਦਰੀਏ ਹਨ, ਪਰ ਤਨ ਨਿੰਦਾ ਆਦਿਕ ਮਾਇਆ ਮੋਹ ਵਿੱਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਕੇ ਰੋਏ, ਭਾਵ ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ। ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ। ਸਾਰ ਯਾਨੀ ਸੰਭਾਲ ਕੇ, ਚੇਤੇ ਕਰ ਕਰਕੇ। ਸਭ ਸਾਰੀ ਸ੍ਰਿਸ਼ਟੀ, ਮੁੱਠੀ ਮੁੱਠੀ ਯਾਨੀ ਠੱਗੀ ਜਾ ਰਹੀ ਹੈ। ਅਹੰਕਾਰ ਅਹੰਕਾਰ ਵਿੱਚ। ਰਹਾਉ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਹੇ ਮੂਰਖ ਜੀਵ, ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ। ਸਾਰੀ ਸ੍ਰਿਸ਼ਟੀ ਗਾਫਿਲ ਹੋ ਕੇ ਮੋਣੀ ਮਾਇਆ ਦੀ ਮਮਤਾ ਵਿੱਚ, ਹਉਮੈ ਵਿੱਚ ਅਤੇ ਅਹੰਕਾਰ ਵਿੱਚ ਠੱਗੀ ਜਾ ਰਹੀ ਹੈ। ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਦੁਬਿਧਾ ਲਾਗੇ ਪਚਮੂਏ ਅੰਤਰ ਦ੍ਰਿਸ਼ਨਾ ਅਗ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੇ ਠੱਗ। ਲਗ ਯਾਨੀ ਲੱਗ ਕੇ, ਦੁਬਿਧਾ ਦੁਚਿੱਤਾਪਨ ਮੇਰ ਤੇਰ, ਪਚ ਖੁਆਰ ਹੋ ਕੇ, ਮੂਏ ਆਤਮਕ ਜੀਵਨ ਗਵਾ ਬੈਠੇ, ਗੁਰ ਗੁਰ ਨੇ, ਉਬਰੇ ਬਚ ਗਏ ਉਬਰ ਗਏ, ਮੁੱਠੀ ਠੱਗੀ ਗਈ, ਠੱਗ ਠੱਗ ਨੇ। ਜਿਨ੍ਹਾਂ ਬੰਦਿਆਂ ਨੇ ਹੋਰ ਨਿਰੀ ਦੁਨਿਆਵੀ ਕਾਰ ਵਿੱਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹ ਸਦਾ ਮੇਰ ਤੇਰ ਵਿੱਚ ਹੀ ਫਸੇ ਰਹੇ।
ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿੱਚ ਖਿਜ ਸੜ ਕੇ ਉਹ ਆਤਮਕ ਮੌਤ ਮਰ ਗਏ। ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ ਉਹ ਤ੍ਰਿਸ਼ਨਾ ਅੱਗ ਤੋਂ ਬਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖਲ ਜਗਣ ਠੱਗ ਨੇ ਠੱਗ ਲਿਆ। मुई प्रीत प्यार गया मुआ वैर विरोध, धंधा थक्का हो मुई ममता माया क्रोध, कर्म मिले सच पाइए गुरमुख सदा निरोध। मुई यानी मुक गई, हौ यानी हौ में, ममता माया माया दी ममता, माया जोड़न दी लालसा, कर्म प्रभु दी मिहर नाल, गुरमुख यानी गुरु दे राही, निरोध यानी विकारां तो रोक। पर जो गुरमुख ਗਿਆਨ ਇੰਦਰੀਆਂ ਨੂੰ ਸਦਾ ਰੋਕ ਕੇ ਰੱਖਦਾ ਹੈ, ਉਸ ਨੂੰ ਪ੍ਰਭੂ ਦੀ ਕਿਰਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ। ਉਸ ਦੀ ਦੁਨਿਆਵੀ ਪ੍ਰੀਤ ਮੁੱਕ ਜਾਂਦੀ ਹੈ, ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿ ਜਾਂਦਾ। ਉਸ ਦੀ ਮਾਇਆ ਵਾਲੀ ਦੌੜ ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖਤਮ ਹੋ ਜਾਂਦੀ ਹੈ ਅਤੇ ਕ੍ਰੋਧ ਵੀ ਮਰ ਜਾਂਦਾ ਹੈ। सच्ची कार्य सच मिले गुरमत पल्ले पाए, सोनर जम्मे ना मरे ना आवे ना जाए, नानक दर प्रधान सो दरगे पैदा जाए। कार्य यानी कार विच लग के, कम काज विच लग के, पल्ले पाए प्राप्ति हो जाए, दर यानी प्रभु दे दर ते, प्रधान यानी मन्या प्रमन्या, सुरखरू पैदा ਸਰੋਪਾ ਲੈ ਕੇ, ਸਨਮਾਨ ਲੈ ਕੇ। ਜਿਹੜਾ ਮਨੁੱਖ ਸਿਮਰਨ ਦੀ ਸਦਾ ਟਿਕੀ ਰਹਿਣ ਵਾਲੀ ਕਾਰ ਵਿੱਚ ਲੱਗਿਆ ਰਹਿੰਦਾ ਹੈ, ਉਸ ਨੂੰ ਸਦਾ ਸਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ। ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ। हे ਨਾਨਕ, ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਸਰੋਪਾ ਲੈ ਕੇ ਜਾਂਦਾ ਹੈ, ਵਡਿਆਈ ਲੈ ਕੇ ਜਾਂਦਾ ਹੈ। ਹੁਣ ਅਗਲਾ ਸ਼ਬਦ ਸੁਣਦੇ ਹਾਂ। ਸ੍ਰੀ ਰਾਗ ਮਹਿਲ ਪਹਿਲਾ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰੀ, ਔਗਣ ਫਿਰ ਲਾਗੂ ਭਏ ਕੂਰਵ ਜਾਵੇ ਤੂਰ, ਬਿਨ ਸ਼ਬਦੈ ਪਰਮਾਈਐ ਦੁਬਿਧਾ ਡੋਬੇ ਪੂਰ, ਮਨ ਰਹਿ ਸ਼ਬਦ ਤਰੋ ਚਿਤਲਾਏ, जिन गुरमुख नाम न बुझिया अमर जन में आवे जाए। रहो तन सुचा सो आखी है जिसमें साचा नाओ, पै सच राती देहुरी जेवा सच सुआओ, सच्ची नदर निहाली है बोहड़ न पावे ताओ, साचे ते पवना भया पवने ते जल होए, जलते त्रिभुवन साजिया कट कट जोत समोए, निर्मल मैला ना थी है शब्द रते पत होए, ए मन साच संतोखिया नदर करे तिस माहे, पंचभूत सच पैरते जोत सच्ची मन माहे, नानक औगण विसरे गुर राखे पत ताहे। इस शब्द विच भी सत्य स्वरूप की प्राप्ति का ही उपदेश है। भाई वीर सिंह जी इस शब्द की व्याख्या करते हुए निर्णय देंदे हन कि इस शब्द तो मुराद स्पष्ट है कि गुरु जी शरीर के मरने नाल जीव का मरना नहीं मनते अते ना ही उसकी मन शक्ति की समाप्ति ही समझते हैं। श्री राग महल पहला। तन जल बल माटी पया, मन माया मोह मनूरी, औगण फिर लागू भये कूर्व जावे तूर, बिन शब्दे परमाईए दुविधा डोबे पूर। पदार्थ होया मोह यानी मोह विच, मनूर सड़िया होया लोहा, लोहे दी मैल या जंगालिया होया लोहा, फिर भी लागू यानी वैरी, कूर कूड़ विच मस्त रह के, तूर यानी वाजा यानी विकारां दा वाजा, भरमाईए भटकणा विच पिया रहिंदा है, दुविधा दुचित्तापन, पूर सारा परिवार यानी सारे ज्ञान इंद्रिय, कि जिसने नाम नहीं सिमरिया उसका शरीर विकारां विच ही सड़ बल के मिट्टी हो जाता है, रुल जाता है, उसका मन माया दे मोह विच फस के मानो सड़िया होया लोहा मनूर बन जाता है। फिर भी विकार उसकी खलासी नहीं करते अते अजे भी कूड़ विच मस्त रह के माया दे मोह दा वाजा वजाउंदा रहंदा है। गुर शब्द तो वांझिया रह के वह भटकणा विच पिया रहंदा है। दुविधा उस मनुख दे सारे परिवार नूं अर्थात उहदी ज्ञान इंद्रियों नूं मोह दे समुंदर विच डोब देंदी है। मन रहे शब्द तरो चितलाए, जिन गुरमुख नाम न बुझिया अमर जन में आवे जाए। रहो शब्द यानी गुरु दे शब्द विच
ਜਿਨ ਜਿਸ ਮਨੁੱਖ ਨੇ ਬੁਝਿਆ ਜਾਣਿਆ ਗੁਰਮੁਖ ਗੁਰੂ ਦੀ ਸ਼ਰਨ ਪੈ ਕੇ। ਰਹਾਉ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਹੇ ਮੇਰੇ ਮਨ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜ ਅਤੇ ਇਸ ਤਰ੍ਹਾਂ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ, ਜੰਮਦਾ ਹੈ, ਜੰਮਦਾ ਹੈ, ਮਰਦਾ ਹੈ। तन सुचा सो आखिए जिसमें साचा नाओ, पै सच राती देहुरी जेवा सच सुआओ। सच्ची नदर निहालिए बहुड़ न पावे ताओ। सूचा यानी सुच्चा पवित्र, भै निर्मल डर विच अदब विच, सच सदा स्थिर प्रभु दी याद विच। राती रंगी हुई रत्ती हुई, देहुरी सुंदर देही शरीर। सच यानी सदा स्थिर प्रभु दा नाम, सुआओ स्वार्थ मनोरथ। निहालिए तकिया जाता है, देखा जाता है। न पावे ताओ, ता नहीं सहारदा, तपश नहीं सहारनी पैंदी, यानी मुसीबत नहीं झलनी पैंदी। जिहड़ा सुंदर शरीर परमात्मा दे अदब प्यार विच परमात्मा दी याद विच रंगिया रहिंदा है, जिस दी जीभ नूं सिमरन ही अपनी हस्ती दा असल मनोरथ जापदा है, जिस शरीर विच सदा स्थिर प्रभु दा नाम टिकिया रहिंदा है, उही शरीर पवित्र अखवा सकदा है। जिस उत्ते प्रभु की मिहर की नज़र होंदी है, वह मुड़ मुड़ 84 दे गेड़ की कुठाली विच पै के ता यानी सेका नहीं सहारदा। साचे ते पवना भया पवने ते जल होए, जलते त्रिभुवन साजिया घट घट जोत समोए। निर्मल मैला ना थिए शब्द ते पत होए। साचे ते यानी सदा स्थिर रहन वाले परमात्मा तो, पवने ते यानी पवन तो, त्रिभुवन यानी सारा जगत तिन्ने पवन। साजिया रचिया गया, समोए समाई हुई है, मिलिया होया है। शबद रते गुर शबद विच रंगे रह के। गुरु दे शबद विच रंगे होए नूं लोक परलोक विच आदर मिलदा है। वो सदा पवित्र रहिंदा है, उसनूं विकारां दी मैल नहीं लगदी। उसनूं ये यकीन बनिया रहिंदा है कि परमात्मा तो सूखम तत्त पवन बनिया, पवन तो जल होंद विच आया अते जल तो सारा जगत रचिया गया अते इस रचे संसार दे हरेक घट विच परमात्मा दी जोत समाई हुई है। ए मन साच संतोखिया नदर करे तिस माहे, पंचभूत सच पैरते जोत सच्ची मन माहे। नानक औगण विसरे गुर राखे पत ताहे। पंचभूत यानी पंजे तत्त, सारा शरीर गुर गुरु ने, ताहे उसदी। हे नानक जिस मनुख दी गुरु ने राखी कीती, उसनूं लोक परलोक विच इज्जत मिली, विकार उस तों परे हट गए। उसदा मन सदा स्थिर प्रभु विच टिक के संतोख दा धारनी हो जाता है। उस उत्ते प्रभु मिहर दी नज़र करी रखदा है। उसका सारा शरीर प्रभु की याद विच प्रभु के अदब विच रंगिया रहिंदा है। सदा स्थिर प्रभु की जोत सदा उसके मन विच टिकी रहिंदी है। इस तरह इस शब्द विच जीवां की दशा देख के यही सिक्ख्या दिती गई है कि यह हालत माया ग्रसित लोकां शब्द तो सखणे जीवां नूं देख के सिख अते शब्द विच चित ला, कमाई कर, नाम जप। कि मन नाम तो गाफिल माया मोह विच खचित अवगुणी रिहा, अंत जो शरीर अते मन की दशा होनी है उस ते विचार कर कि पहला भी मनूर मन लैके मरिया सी, हुण तां वक्त उसकी संभाल कर, हुण तां वक्त ना गवा। जे पिछे मनूर मन लैके मर गया सी, उसनूं भी आस बंधाई है कि सुभागवश जे मुड़ शरीर धारण कर लिया है तां यह ना भुल कि गुरु दी शरण पै के परमेश्वर दा भाव अते भाव सिख के अते नाम जप के ही मन दी मैल उतारी जा सकती है। माया विच मनूर होए मन नूं मुड़ सोना अर्थात पवित्र कीता जा सकता है। मन रे शब्द तरो चित लाए, जिन गुरमुख नाम न बूझिया, मर जन्म आवे जाए,
शब्द तरो चित लाए। तन जल बल माटी पया, मन माया मोह मनूर। औगण फिर लागू भये, कूर बजावे तूर। बिन शब्द परमाए, दुबिधा डोबे पूर। मन रे शब्द तरो चित लाए। जिन गुरमुख नाम न बूझिया, मर जन्मे आवे जाए। मन रे शब्द तरो चित लाए। तन सूचा सो आखिए, जिसमें साचा नाम। पै सच राती देहोरी, जेहवा सच सुआओ। सच्ची नदर निहालिए, बहुड़ी न पावे ताओ। मन रे शब्द तरो चित लाए। साचे ते पवना भया, पवने ते ढल होए। जलते त्री पवन साझिया, कट कट जोत समोए। निर्मल मेला ना थिए, शब्द रते पत होए। मन रे शब्द तरो चित लाए। मन रे शब्द तरो चित लाए। एह मन साच संतोखिया, नदर करे तिस माहे। पंचभूत सच पैरते, जोत सची मन माहे। नानक औगण विसरे, गुर राखे पत ताहे। मन रे शब्द तरो चित लाए। मन रे शब्द तरो चित लाए। जिन गुरमुख नाम न बूझिया, मर जन्मे आवे जाए। मर जन्मे आवे जाए। मन रे शब्द तरो चित लाए। शब्द तरो चित लाए। शब्द तरो चित लाए। वाहेगुरु। इसे नाल ही हुण दिओ इजाजत। आप सब का धन्यवाद।
अर्थ करते हैं, बेअंत भुल्लां चुक्कां हो गईयां होणगीਆਂ, संगत बख्शणहार है, खिमा बख्शणी। वाहिगुरू आप सब नूं चढ़दियां कलां विच रखे। वीडियो नूं शेयर जरूर करना, चैनल नूं सबसक्राइब भी कर दिओ। फिर मिलते हाँ अगली वीडियो विच। तद तक पाओ गुरु वल्लों बख्शी हुई फतेह दी सांझ। वाहिगुरू जी का खालसा, वाहिगुरू जी की फतेह।